हाँ जी। गुड मॉर्निंग सभी को। नमस्कार। सत श्री अकाल। आज जो है हम एक नई थ्योरी जो प्रस्तुत कर रहे हैं। ये थ्योरी जो है जीन पियाजे की थ्योरी है। और ये थ्योरी जो है आपका जो अपकमिंग एग्ज़ाम आ रहा है पंजाब टेट, सी टेट और हरियाणा टेट, उसके लिए बहुत ही जो है उपयोगी साबित हो सकती है। तो आपने इसको ध्यान से समझना है और इसका जो मीडियम रहेगा वो पंजाबी में रहेगा। तो शुरुआत करते हैं जी। पियाजे दा जो थ्योरी है कॉग्निटिव डिवेलपमेंट, ठीक है, इसनों लेके आए हैं जी स्टडी टाइम यूट्यूब चैनल प्रिपेयर्ड बाय मी यानी कि खुशवंत सिंह द्वारा प्रिपेयर की गई है। सो स्टार्ट करते हैं जी। पहला ਆਪਾਂ थ्योरी ਨੂੰ जीन पियाजे जो है उसके बारे बेसिक ਜਿਹੜੀ ਜਾਣਕਾਰੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਹੋਣੀ ਚਾਹੀਦੀ ਹੈ ਜੀ। ਤਾਂ ਜੀਨ ਪਿਆਜ਼ੇ ਜੋ ਹੈ ਉਹ ਅਮਰੀਕਾ ਦੇ ਸੌਰੀ ਸਵਿਟਜ਼ਰਲੈਂਡ ਦੇ ਰਹਿਣ ਵਾਲਾ ਸੀਗਾ ਉਹ, ਠੀਕ ਹੈ ਜੀ। ਔਰ ਉਹਨਾਂ ਨੇ ਜਿਹੜੀ ਥਿਊਰੀ ਦਿੱਤੀ ਹੈ ਉਸ ਨੂੰ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਦਾ ਨਾਮ ਦਿੱਤਾ ਜਾਂਦਾ। ਕੋਗਨੀਟਿਵ ਮੀਨਸ ਬੌਧਿਕ ਵਿਕਾਸ ਦਾ ਸਿਧਾਂਤ। ਬੱਚੇ ਦਾ ਜਿਹੜਾ ਬੌਧਿਕ ਵਿਕਾਸ ਉਹ ਕਿਵੇਂ ਹੁੰਦਾ, ਬੁੱਧੀ ਦਾ ਵਿਕਾਸ ਉਸ ਦਾ ਕਿਵੇਂ ਹੁੰਦਾ, ਇਸ ਨੂੰ ਆਪਾਂ ਇੰਟਲੈਕਚੁਅਲ ਡਿਵੈਲਪਮੈਂਟ ਥਿਊਰੀ ਵੀ ਕਹਿ ਦਿੰਦੇ ਹਾਂ, ਠੀਕ ਹੈ। ਦੋ ਨਾਵਾਂ ਨਾਲ ਜਾਣਿਆ ਜਾਂਦਾ, ਕੋਗਨੀਟਿਵ ਡਿਵੈਲਪਮੈਂਟ ਥਿਊਰੀ, ਇੰਟਲੈਕਚੁਅਲ ਡਿਵੈਲਪਮੈਂਟ ਥਿਊਰੀ, ਠੀਕ ਹੈ ਜੀ। ਦੋਨਾਂ ਨਾਵਾਂ ਨਾਲ ਇਸ ਨੂੰ ਜਾਣਿਆ ਜਾਂਦਾ। ਤਾਂ ਤੁਸੀਂ ਜਿਹੜਾ ਹੈ ਇਹਨਾਂ ਦੋਨਾਂ ਥਿਊਰੀਆਂ ਨੂੰ ਯਾਦ ਰੱਖਣਾ, ਇੱਕ ਹੀ ਥਿਊਰੀ ਦੇ ਦੋ ਨਾਮ ਨੇ। ਔਰ ਜਿਹੜੀ ਬੁੱਕ ਸੀਗੀ ਪਿਆਜੇ ਦੀ ਉਸ ਦਾ ਨਾਮ ਸੀਗਾ ਜੈਨੇਟਿਕਸ ਐਪਿਸਟਮੋਲੋਜੀ, ਉਹ ਵੀ ਤੁਸੀਂ ਯਾਦ ਰੱਖਣਾ। ਬੁੱਕ ਦਾ ਕੀ ਨਾਮ ਸੀਗਾ ਜੀ? ਜੈਨੇਟਿਕ ਐਪਿਸਟਮੋਲੋਜੀ। ਮੇਨ ਟੂਲ ਕਿਹੜਾ ਸੀਗਾ ਪਿਆਜੇ ਦਾ? ਉਹ ਸੀਗਾ ਜੀ ਥਿੰਕਿੰਗ, ਥਾਟ, ਸੋਚ ਕੇ ਬੋਲਣਾ, ਠੀਕ ਹੈ। ਪਿਆਜ਼ਾ ਜਿਹੜਾ ਹੈ ਥਿੰਕਿੰਗ ਦੇ ਉੱਪਰ ਜ਼ਿਆਦਾ ਕੌਨਸਨਟਰੇਟ ਕੀਤਾ ਉਸਨੇ। ਉਸ ਨੂੰ ਕੰਸਟਰਕਟਿਵਿਜ਼ਮ ਅਪਰੋਚ ਹੈ, ਜਿਹੜੀ ਰਚਨਾਵਾਦ ਅਪਰੋਚ ਹੈ, ਉਸ ਦੇ ਬਾਰੇ ਪਿਆਜ਼ੇ ਦਾ ਕੀ ਕਹਿਣਾ ਕਿ ਬੱਚੇ ਨੂੰ ਅਜਿਹਾ ਬਣਾਉਣਾ ਕਿ ਉਹ ਆਪਣਾ ਕੰਮ ਆਪ ਕਰ ਸਕੇ। ਕੰਸਟਰਕਟਿਵਿਜ਼ਮ ਦਾ ਮਤਲਬ ਪਿਆਜ਼ੇ ਦੇ ਅਨੁਸਾਰ ਇਹ ਹੈ ਕਿ ਬੱਚੇ ਨੂੰ ਅਜਿਹਾ ਬਣਾ ਦਿਓ ਕਿ ਉਹ ਆਪਣਾ ਕੰਮ ਆਪ ਕਰ ਸਕੇ। ਔਰ ਇਹ ਜਿਹੜੀ ਰਚਨਾਵਾਦ ਆ ਜਾਂ ਕੰਸਟਰਕਟਿਵ ਅਪਰੋਚ ਆ, ਇਸ ਦੀ ਸ਼ੁਰੂਆਤ ਆ ਜਿਹੜੀ ਉਹ ਜੀਨ ਪਿਆਜੇ ਨੇ ਕੀਤੀ ਸੀ। ਤਾਂ ਇਹ ਦੋਨੇ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ, ਠੀਕ ਹੈ ਜੀ। ਤਾਂ ਚਲਦੇ ਹਾਂ ਜੀਨ ਪਿਆਜੇ ਦੀ ਥਿਊਰੀ ਦੀ ਤਰਫ। ਸਭ ਤੋਂ ਪਹਿਲਾਂ ਕਿਹੜੇ ਕਿਹੜੇ ਫੈਕਟਰ ਦੱਸੇ ਆ ਜੀਨ ਪਿਆਜੇ ਨੇ ਜੋ ਬੱਚੇ ਦੇ ਵਿਕਾਸ ਵਿੱਚ ਰੋਲ ਅਦਾ ਕਰਦੇ ਆ, ਠੀਕ ਹੈ ਜੀ। ਇੱਕ ਤਾਂ ਹੈਗੀ ਜੀ ਮੈਚੋਰੇਸ਼ਨ। ਜਦੋਂ ਬੱਚਾ ਮੈਚਿਓਰ ਹੋ ਜਾਂਦਾ ਤਾਂ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ ਤਾਂ ਉਵੇਂ ਉਵੇਂ ਆਪਣੇ ਆਪ ਸਿੱਖਦੇ ਹਾਂ, ਠੀਕ ਹੈ। ਪਿਆਜੇ ਕਹਿੰਦਾ ਕਿ ਬੱਚਾ ਜਿਵੇਂ ਜਿਵੇਂ ਵੱਡਾ ਹੋਊ ਆਪਣੇ ਆਪ ਸਿੱਖੂਗਾ। ਤਾਂ ਮੈਚੋਰਿਟੀ ਹੈ ਜਿਹੜੀ ਉਹ ਇੱਕ ਰੋਲ ਅਦਾ ਕਰਦੀ ਹੈ ਬੱਚੇ ਦੀ ਬੌਧਿਕ ਵਿਕਾਸ ਦੇ ਵਿੱਚ। ਦੂਸਰਾ ਕੀ ਅਦਾ ਕਰਦਾ ਜੀ? ਐਕਟੀਵਿਟੀ। ਕੋਈ ਵੀ ਕੰਮ ਕਰਨ ਦੇ ਦੌਰਾਨ ਸਿੱਖਣਾ, ਲਰਨਿੰਗ ਬਾਈ ਡੂਇੰਗ। ਬੱਚਾ ਕੋਈ ਕੰਮ ਕਰਿਆ, ਕੰਮ ਕਰਨ ਦੇ ਦੌਰਾਨ ਹੀ ਉਹ ਬਹੁਤ ਕੁਝ ਸਿੱਖਦਾ ਹੈ। ਤਾਂ ਐਕਟੀਵਿਟੀ ਵੀ ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਜੀ ਪਿਆਜੇ ਦੀ ਥਿਊਰੀ ਦੇ ਅਨੁਸਾਰ। ਨੈਕਸਟ ਦੇਖੋ ਜੀ, ਸੋਸ਼ਲ ਐਕਸਪੀਰੀਅੰਸ। ਜਿਹੜਾ ਸੋਸ਼ਲ ਐਕਸਪੀਰੀਅੰਸ ਹੈ, ਸਮਾਜਿਕ ਤਜਰਬਾ ਜਿਹੜਾ ਉਹਨੂੰ ਉਮਰ ਦੇ ਵੱਡੇ ਹੋਣ ਨਾਲ ਆਉਂਦਾ, ਉਹ ਵੀ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਬੌਧਿਕ ਵਿਕਾਸ ਦੇ ਵਿੱਚ। ਉਸ ਤੋਂ ਬਾਅਦ ਹੈ ਜੀ ਇਕੁਇਲਿਬ੍ਰਿਅਮ, ਸੰਤੁਲਨ। ਬੱਚਾ ਬਰਾਬਰ ਜਾਂ ਸੰਤੁਲਨ ਵਿੱਚ ਹੋਣਾ ਚਾਹੀਦਾ, ਯਾਨੀ ਕਿ ਬੱਚੇ ਦਾ ਜਿਹੜਾ ਹੈ ਸੰਤੁਲਿਤ ਵਿਕਾਸ ਹੋਣਾ ਚਾਹੀਦਾ। ਜ਼ਰੂਰੀ ਇਹ ਹੁੰਦਾ ਕਿ ਬੱਚੇ ਦਾ ਸਮਾਜਿਕ ਵਿਕਾਸ ਵੀ ਹੋਵੇ, ਬੱਚੇ ਦਾ ਜਿਹੜਾ ਹੈ ਆਰਥਿਕ, ਨੈਤਿਕ ਸਾਰਾ ਵਿਕਾਸ ਉਸ ਦਾ ਜਿਹੜਾ ਹੈ ਹੋਣਾ ਚਾਹੀਦਾ। ਫਿਰ ਹੀ ਉਸ ਦੀ ਜਿਹੜੀ ਬੌਧਿਕ ਡਿਵੈਲਪਮੈਂਟ ਹੋ ਸਕਦਾ, ਠੀਕ ਹੈ। ਤਾਂ ਸੰਤੁਲਿਤ ਵਿਕਾਸ ਦੇ ਵਿੱਚ ਸਭ ਤਰ੍ਹਾਂ ਦਾ ਸਰੀਰਕ ਵਿਕਾਸ ਵੀ, ਬੌਧਿਕ ਵਿਕਾਸ ਵੀ ਆ ਜਾਂਦਾ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਜੀ ਸਕੈਮਾ। ਸਕੈਮਾਸ ਕੀ ਆ? ਇੱਕ ਬੌਧਿਕ ਢਾਂਚਾ ਜਿਸ ਦੇ ਅਨੁਸਾਰ ਜੋ ਗਿਆਨ ਸਾਡੇ ਕੋਲ ਪਹਿਲਾਂ ਤੋਂ ਹੋਵੇ ਉਹ ਸ਼ਾਮਿਲ ਹੈ, ਠੀਕ ਹੈ। ਮੰਨ ਲਓ ਕੋਈ ਬੱਚਾ ਹੈ, ਬੱਚਾ ਜੋ ਹੈ ਉਸ ਨੂੰ ਇਹ ਪਤਾ ਹੈ, ਉਸ ਕੋਲ ਇਹ ਗਿਆਨ ਹੈ ਕਿ 2+2 ਕਿੰਨੇ ਹੁੰਦੇ ਆ, 2+2 4 ਹੁੰਦੇ ਆ। ਇਹ ਬੱਚੇ ਨੂੰ ਪਤਾ ਹੈ, ਠੀਕ ਹੈ ਜੀ।
ਤਾਂ ਉਸਨੂੰ ਜਿਹੜਾ ਗਿਆਨ ਬੱਚੇ ਕੋਲੇ ਪਹਿਲਾਂ ਹੈ ਉਸ ਨੂੰ ਆਪਾਂ ਸਕੈਮਾ ਕਹਾਂਗੇ। ਉਸ ਤੋਂ ਬਾਅਦ ਹੈ ਜੀ ਅਸਿਮੀਲੇਸ਼ਨ। ਠੀਕ ਹੈ ਜੀ, ਅਸਿਮੀਲੇਸ਼ਨ ਕੀ ਆ ਕਿ ਜਦੋਂ ਕੋਈ ਨਵਾਂ ਕੰਮ ਹੈ, ਨਵਾਂ ਕੰਮ ਕਰਨ ਦੇ ਦੌਰਾਨ ਜੋ ਗਿਆਨ ਪਹਿਲਾਂ ਤੋਂ ਦਿਮਾਗ ਵਿੱਚ ਹੈ ਜਦੋਂ ਉਸ ਨੂੰ ਯੂਜ਼ ਕੀਤਾ ਜਾਂਦਾ। ਠੀਕ ਹੈ, ਮੰਨ ਲਓ ਬੱਚੇ ਨੂੰ ਇਹ ਤਾਂ ਪਤਾ ਹੈ ਕਿ 2+2 4 ਹੁੰਦੇ ਆ, ਫਿਰ ਕੀ ਹੋਇਆ, ਬੱਚੇ ਨੂੰ ਕਿਸੇ ਵਿਅਕਤੀ ਨੇ 2 ਟੌਫੀਆਂ ਦੇ ਦਿੱਤੀਆਂ। ਠੀਕ ਹੈ, ਅਤੇ ਇੱਕ ਹੋਰ ਵਿਅਕਤੀ ਸੀ ਉਸਨੇ ਵੀ 2 ਟੌਫੀਆਂ ਦੇ ਦਿੱਤੀਆਂ, ਤਾਂ ਬੱਚੇ ਨੇ ਫਿਰ ਇਸ ਨੂੰ ਪਲੱਸ ਕੀਤਾ, ਕਾਊਂਟ ਕੀਤਾ, ਤਾਂ ਬੱਚੇ ਨੂੰ ਪਤਾ ਲੱਗ ਗਿਆ ਇਹ 4 ਹੋ ਗਈਆਂ। ਠੀਕ ਹੈ, ਤਾਂ ਜਦੋਂ ਇਸ ਗਿਆਨ ਦੀ ਉਹਨੇ ਵਰਤੋਂ ਕੀਤੀ ਤਾਂ ਉਹ ਸਿਮੀਲੇਸ਼ਨ ਹੋ ਗਿਆ ਜੀ। ਠੀਕ ਹੈ, ਹੁਣ ਤੀਸਰਾ ਕੀ ਹੈ ਜੀ, ਤੀਸਰਾ ਹੈ ਅਕੋਮੋਡੇਸ਼ਨ। ਠੀਕ ਹੈ, ਹੁਣ ਬੱਚੇ ਨੂੰ ਇਹ ਤਾਂ ਪਤਾ ਜੀ 2+2 ਕੀ ਹੈ, ਉਹ 4 ਹੈ। ਠੀਕ ਹੈ, ਪਰ ਕਿਸੇ ਨੇ ਉਸਨੂੰ ਕਿਹਾ ਕਿ 2 × 2 ਵੀ 4 ਹੁੰਦੇ ਆ। ਠੀਕ ਹੈ, ਆਹ ਜਿਹੜੀ ਚੀਜ਼ ਆ ਨਾ, ਆਹ ਉਹਨੇ ਨਵੀਂ ਸਿੱਖੀ ਆ। ਠੀਕ ਹੈ, ਜਦੋਂ ਕੋਈ ਨਵਾਂ ਕੰਮ ਕਰਨ ਦੇ ਦੌਰਾਨ ਪਹਿਲਾਂ ਦਿਮਾਗ ਵਿੱਚ ਪਏ ਗਿਆਨ ਨੂੰ ਵਰਤਦੇ ਹਾਂ। ਠੀਕ ਹੈ, ਅਤੇ ਆਪਾਂ ਕੋਈ ਨਵਾਂ ਗਿਆਨ ਵੀ ਲੈਂਦੇ ਹਾਂ। ਠੀਕ ਹੈ, ਤਾਂ ਉਸ ਨੂੰ ਆਪਾਂ ਅਕੋਮੋਡੇਸ਼ਨ ਕਹਿ ਦਿੰਦੇ ਹਾਂ। ਠੀਕ ਹੈ, ਜਦੋਂ ਕੋਈ ਨਵਾਂ ਕੰਮ ਕਰਨ ਦੌਰਾਨ ਸਾਡੇ ਅੰਦਰ ਨਵਾਂ ਵਿਚਾਰ ਆਉਂਦਾ, ਪਹਿਲਾਂ ਵਾਲੇ ਗਿਆਨ ਨਾਲ ਜੋੜ ਕੇ ਉਹਨੂੰ ਦੇਖਦੇ ਹਾਂ, ਤਾਂ ਅਕੋਮੋਡੇਸ਼ਨ ਹੋ ਗਿਆ ਜੀ। ਆਈ ਹੋਪ ਕਿ ਤੁਹਾਨੂੰ ਸਕੈਮਾ, ਅਸਿਮੀਲੇਸ਼ਨ ਅਤੇ ਅਕੋਮੋਡੇਸ਼ਨ ਦੇ ਵਿੱਚ ਅੰਤਰ ਸਪਸ਼ਟ ਹੋ ਗਿਆ ਹੋਣਾ। ਨੈਕਸਟ ਦੇਖੋ ਜੀ, ਨੈਕਸਟ ਜਿਹੜਾ ਹੈ ਜੀਨ ਪਿਆਜੇ ਨੇ 4 ਸਟੇਜਾਂ ਦਿੱਤੀਆਂ ਜੀ। 4 ਸਟੇਜਾਂ ਦਿੱਤੀਆਂ ਆਪਣੇ ਬੌਧਿਕ ਵਿਕਾਸ ਦੇ ਜਿਹੜਾ ਸਿਧਾਂਤ ਆ। ਕਈ ਵਾਰੀ ਸਿੱਧਾ ਇਹ ਕੁਐਸਚਨ ਹੀ ਪੁੱਛ ਲਿਆ ਜਾਂਦਾ ਕਿ ਪਿਆਜੇ ਦੇ ਜਿਹੜੇ ਬੌਧਿਕ ਵਿਕਾਸ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਆ ਉਹਦੀਆਂ ਕਿੰਨੀਆਂ ਸਟੇਜਾਂ। ਤਾਂ ਬੌਧਿਕ ਵਿਕਾਸ ਦੀਆਂ ਜਿਹੜੀਆਂ 4 ਸਟੇਜਾਂ ਉਹਨੇ ਦੱਸੀਆਂ ਵੀ ਬੱਚੇ ਦਾ ਜਿਹੜਾ ਬੌਧਿਕ ਵਿਕਾਸ ਉਹ 4 ਸਟੇਜਾਂ 'ਚ ਹੁੰਦਾ। ਸਭ ਤੋਂ ਪਹਿਲਾਂ ਜਿਹੜੀ ਸਟੇਜ ਆ ਜੀ, ਉਸ ਸਟੇਜ ਦੇ ਵਿੱਚ ਜੋ ਹੈ ਉਸ ਸਟੇਜ ਨੂੰ ਸੈਂਸਰੀ, ਠੀਕ ਹੈ ਜੀ, ਸੈਂਸਰੀ ਮੋਟਰ ਸਟੇਜ ਆਪਾਂ ਕਹਿ ਦਿੰਦੇ ਹਾਂ। ਠੀਕ ਹੈ ਜੀ, ਸੈਂਸਰੀ ਮੋਟਰ ਸਟੇਜ ਹੈ। ਸੈਂਸਰੀ ਮੋਟਰ ਸਟੇਜ 0 ਤੋਂ 2 ਸਾਲ, ਯਾਨੀ ਕਿ ਬੱਚਾ ਜਦੋਂ ਕੁਛ ਦਿਨਾਂ ਦਾ ਹੁੰਦਾ ਤਾਂ ਉਸ ਤੋਂ ਲੈ ਕੇ 2 ਸਾਲ ਤੱਕ ਜਿਹੜੀ ਸਟੇਜ ਹੁੰਦੀ ਉਹ ਸੈਂਸਰੀ ਮੋਟਰ ਸਟੇਜ ਹੈ ਜੀ। ਇਸ ਸਟੇਜ ਦੇ ਵਿੱਚ ਕੀ ਕਰਦਾ ਬੱਚਾ, ਕੀ ਉਹਦਾ ਬੌਧਿਕ ਵਿਕਾਸ ਹੁੰਦਾ। ਫਸਟ ਹੈ ਜੀ ਸਕਿੰਗ ਐਂਡ ਗ੍ਰਾਸਪਿੰਗ। ਠੀਕ ਹੈ ਜੀ, ਸਕਿੰਗ ਐਂਡ ਗ੍ਰਾਸਪਿੰਗ। ਬੱਚਾ ਕੀ ਕਰਦਾ, ਉਹ ਕਿਸੇ ਚੀਜ਼ ਨੂੰ ਸੱਕ ਕਰਦਾ, ਚੱਬਦਾ ਕਿਸੇ ਚੀਜ਼ ਨੂੰ, ਗ੍ਰਾਸਪ ਕਰਦਾ, ਉਸ ਨੂੰ ਪਕੜਨ ਦੀ ਕੋਸ਼ਿਸ਼ ਕਰਦਾ। ਠੀਕ ਹੈ, ਜਨਮ ਤੋਂ 2-3 ਘੰਟੇ ਬਾਅਦ ਬੱਚੇ ਦੀ ਜਿਹੜੀ ਪਕੜ ਬਣ ਜਾਂਦੀ, ਉਹ ਚੀਜ਼ਾਂ ਨੂੰ ਪਕੜਨਾ ਸ਼ੁਰੂ ਕਰ ਦਿੰਦਾ। ਠੀਕ ਹੈ, ਸਕਿੰਗ ਐਂਡ ਗ੍ਰਾਸਪਿੰਗ। ਦੂਸਰਾ ਕੀ ਹੈ ਜੀ, ਸੈਂਸਰੀ ਲਰਨਿੰਗ। ਠੀਕ ਹੈ, ਬੱਚਾ ਸੈਂਸਰ ਨਾਲ ਸਿੱਖਦਾ। ਠੀਕ ਹੈ, ਆਪਣੀ ਗੱਲ ਦੱਸਦਾ, ਇਸ਼ਾਰੇ ਨਾਲ ਕੋਈ ਗੱਲ ਆਪਣੀ ਗੱਲ ਦੱਸਦਾ, ਸੈਂਸਸ ਨਾਲ ਉਹਨੂੰ ਸੈਂਸਰੀ ਲਰਨਿੰਗ ਜਿਹੜੀ ਆ ਉਸਦਾ ਗਿਆਨ ਇਸ ਸਟੇਜ ਦੇ ਵਿੱਚ ਹੋ ਜਾਂਦਾ। ਤੀਸਰਾ ਕੀ ਹੈ ਜੀ, ਲਰਨਿੰਗ ਬਾਈ ਡੂਇੰਗ। ਜਿੰਨਾ ਟਾਈਮ ਬੱਚਾ ਕੰਮ ਨਹੀਂ ਕਰਦਾ, ਮਤਲਬ ਕਿ ਆਪ ਕੰਮ ਕਰਕੇ ਨਹੀਂ ਦੇਖਦਾ, ਉਨਾ ਚਿਰ ਉਹ ਸਿੱਖ ਨਹੀਂ ਸਕਦਾ। ਭਾਵ ਬੱਚਾ ਜਦੋਂ ਖੁਦ ਕੋਈ ਕੰਮ ਕਰੂਗਾ ਤਾਂ ਉਸ ਟਾਈਮ ਹੀ ਬੱਚੇ ਦਾ ਜਿਹੜਾ ਬੌਧਿਕ ਵਿਕਾਸ ਹੋਊਗਾ। ਤਾਂ ਇਹ ਲਰਨਿੰਗ ਬਾਈ ਡੂਇੰਗ ਆ। ਉਸ ਤੋਂ ਬਾਅਦ ਇਸ ਦੀ ਚੌਥੀ ਵਿਸ਼ੇਸ਼ਤਾ ਕੀ ਹੈ ਜੀ, ਇਮੀਟੇਸ਼ਨ, ਯਾਨੀ ਕਿ ਨਕਲ ਕਰਕੇ ਸਿੱਖਣਾ। ਇਸ ਸਟੇਜ ਦੇ ਵਿੱਚ ਬੱਚਾ ਜਿਹੜਾ ਹੈ ਨਕਲ ਕਰਕੇ ਸਿੱਖਦਾ ਹੈ, ਦੇਖ ਕੇ ਸਿੱਖਦਾ ਹੈ। ਇਸੇ ਸੈਂਸਰੀ ਮੋਟਰ ਸਟੇਜ ਦੀ ਅਗਲੀ ਵਿਸ਼ੇਸ਼ਤਾ ਕੀ ਹੈ ਜੀ, ਅਗਲੀ ਵਿਸ਼ੇਸ਼ਤਾ ਜਿਹੜੀ ਹੈ ਉਹ ਹੈ ਆਬਜੈਕਟ ਪਰਮਾਨੈਂਸ। ਠੀਕ ਹੈ ਜੀ, ਆਬਜੈਕਟ ਪਰਮਾਨੈਂਸ। ਆਬਜੈਕਟ ਪਰਮਾਨੈਂਸ ਦਾ ਮਤਲਬ ਕੀ ਹੈ ਜੀ, ਬੱਚੇ ਨੂੰ ਕਿਸੇ ਵੀ ਵਸਤੂ ਦੇ ਸਥਾਈਪਨ ਦਾ ਗਿਆਨ ਹੋ ਜਾਂਦਾ। ਠੀਕ ਹੈ, ਕਿ ਇਹ ਵਸਤੂ ਪਰਮਾਨੈਂਟ ਹੈ, ਇਹ ਇੱਥੇ ਹੀ ਰਹੂਗੀ ਜਾਂ ਮੇਰੇ ਇੱਥੇ ਪਈ ਆ, ਤਾਂ ਉਸ ਵਸਤੂ ਦੇ ਬਾਰੇ ਉਹਨੂੰ ਉਸ ਦੀ ਪਰਮਾਨੈਂਸ ਦੇ ਬਾਰੇ ਗਿਆਨ ਹੋ ਜਾਂਦਾ। ਤਾਂ ਇਹ ਆਬਜੈਕਟ ਪਰਮਾਨੈਂਸ ਕਈ ਵਾਰ ਇੱਕ ਕੁਐਸਚਨ ਪੁੱਛਿਆ ਜਾ ਚੁੱਕਿਆ। ਆਰਟੈਟ ਦੇ ਵਿੱਚ ਵੀ ਕੁਐਸਚਨ ਪੁੱਛਿਆ ਗਿਆ ਸੀ, ਰੀਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ। HTET ਦੇ ਵਿੱਚ ਵੀ ਕੁਐਸਚਨ ਪੁੱਛਿਆ ਗਿਆ ਸੀ ਕਿ ਆਬਜੈਕਟ ਪਰਮਾਨੈਂਸ ਪਿਆਜੇ ਦੀ ਕਿਹੜੀ ਸਟੇਜ ਦਾ ਹਿੱਸਾ, ਤਾਂ ਸੈਂਸਰੀ ਮੋਟਰ ਸਟੇਜ ਦਾ ਹਿੱਸਾ ਹੈ। ਠੀਕ ਹੈ, ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਦੇਖੋ ਜੀ, ਇਸ ਦੇ ਵਿੱਚ ਜਿਹੜਾ ਹੈ ਇੱਕ ਹੋਰ ਗਿਆਨ ਬੱਚੇ ਨੂੰ ਹੋ ਜਾਂਦਾ ਕਿ ਉਸਨੂੰ ਕੀ ਹੈ, ਉਹ 2 ਵਸਤੂਆਂ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਸਕਦਾ। ਠੀਕ ਹੈ ਜੀ, ਮੰਨ ਲਓ ਇੱਕ ਵਸਤੂ ਪਈ ਆ A, ਇੱਕ ਪਈ ਆ B,
ਤਾਂ ਉਹਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਦਾ ਕਿ ਏ ਅਤੇ ਬੀ ਦੇ ਵਿੱਚ ਡਿਫਰੈਂਸ ਹੈ। ਠੀਕ ਹੈ, ਇਹ ਏ ਹੈ, ਇਹ ਬੀ ਹੈ। ਆਹ ਚੀਜ਼ਾਂ ਦੀ ਡਿਫਰੈਂਸ ਹੈ ਜਿਹੜੀ ਉਸ ਨੂੰ ਹਾਲੇ ਪਤਾ ਨਹੀਂ ਲੱਗਦੀ, ਤਾਂ ਡਿਫਰੈਂਸ਼ੀਏਸ਼ਨ ਜਿਹੜਾ ਹੈ ਉਹ ਨਹੀਂ ਕਰ ਸਕਦਾ ਹਾਲੇ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ ਜੀ, ਬੱਚਾ 2 ਸਾਲ ਤੱਕ ਜਿਹੜਾ ਹੈ 100 ਵਰਡਸ ਸਿੱਖ ਜਾਂਦਾ। ਠੀਕ ਹੈ, 100 ਵਰਡਸ ਉਸ ਨੂੰ ਆ ਜਾਂਦੇ ਆ 2 ਸਾਲਾਂ ਤੱਕ। ਤਾਂ ਇਹ ਵੀ ਤੁਸੀਂ ਧਿਆਨ ਰੱਖਣਾ ਇਸ ਚੀਜ਼ ਦਾ। ਉਸ ਤੋਂ ਬਾਅਦ ਦੇਖੋ ਜੀ ਨੈਕਸਟ ਕੀ ਹੈ ਜੀ, ਨੈਕਸਟ ਇਸੇ ਸੈਂਸਰੀ ਮੋਟਰ ਸਟੇਜ ਦੀ ਜਿਹੜੀ ਲਾਸਟ ਫੀਚਰ ਹੈ ਉਹ ਕੀ ਆ, ਗੋਲ ਓਰੀਐਂਟਡ ਬਿਹੇਵੀਅਰ। ਠੀਕ ਹੈ, ਬੱਚੇ ਦਾ ਜਿਹੜਾ ਵਿਵਹਾਰ ਹੈ, ਜਿਹੜਾ ਉਹਦਾ ਵਤੀਰਾਪਨ ਹੈ, ਬੱਚਾ ਆਪਣੇ ਗੋਲ ਤੱਕ ਹੀ ਸੀਮਿਤ ਹੁੰਦਾ ਹੈ। ਠੀਕ ਹੈ, ਬੱਚੇ ਦਾ ਮੰਨ ਲਓ ਗੋਲ ਕੀ ਆ, ਆਹ ਜਿਹੜੀ ਬੋਟਲ 'ਚ ਦੁੱਧ ਪਿਆ। ਠੀਕ ਹੈ ਜੀ, ਆਹ ਬੱਚੇ ਦਾ ਗੋਲ ਹੈ। ਤਾਂ ਬੱਚੇ ਨੂੰ ਚਾਹੇ ਤੁਸੀਂ ਕੁਛ ਹੋਰ ਮਰਜ਼ੀ ਦੇ ਦਿਓ ਤਾਂ ਬੱਚੇ ਨੇ ਇਸ ਦੀ ਹੀ ਡਿਮਾਂਡ ਕਰਨੀ ਹੈ। ਠੀਕ ਹੈ, ਤਾਂ ਬੱਚੇ ਦਾ ਜਿਹੜਾ ਗੋਲ ਆ ਉਹ ਇਹ ਬੋਟਲ ਆ, ਇਹ ਦੁੱਧ ਆ ਬੋਟਲ ਦੇ ਵਿੱਚ ਪਿਆ। ਤਾਂ ਬੱਚੇ ਦਾ ਜਿਹੜਾ ਵਿਵਹਾਰ ਆ ਜਿਹੜਾ ਇਸ ਟਾਈਮ ਉਹ ਗੋਲ ਓਰੀਐਂਟਡ ਬਿਹੇਵੀਅਰ ਹੁੰਦਾ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਦੂਸਰੀ ਸਟੇਜ ਕੀ ਹੈ ਜੀ, ਦੂਸਰੀ ਸਟੇਜ ਹੈ ਪ੍ਰੀ ਓਪਰੇਸ਼ਨਲ ਜਾਂ ਪ੍ਰੀ ਕੰਕਰੀਟ ਆਪਰੇਸ਼ਨਲ। ਠੀਕ ਹੈ ਜੀ, ਤਾਂ ਦੂਸਰੀ ਜਿਹੜੀ ਵਿਸ਼ੇਸ਼ਤਾ ਉਹ ਪ੍ਰੀ ਓਪਰੇਸ਼ਨਲ ਆ, ਜਾਂ ਉਹਨੂੰ ਪ੍ਰੀ ਕੰਕਰੀਟ ਆਪਰੇਸ਼ਨਲ ਵੀ ਕਹਿ ਦਿੰਦੇ ਆ। ਇਸ ਦੇ ਵਿੱਚ ਇਹ ਜਿਹੜੀ ਹੈ ਇਹ 2 ਤੋਂ 7 ਸਾਲ ਦੀ ਉਮਰ ਤੱਕ ਦੀ ਹੁੰਦੀ ਹੈ। ਇਸ ਦੇ ਵਿੱਚ ਕੀ ਹੈ ਜੀ, ਫਸਟ ਦੇਖੋ ਲੈਂਗੁਏਜ ਡਿਵੈਲਪਮੈਂਟ, ਗੈਸਚਰ, ਸਾਈਨ। ਇਸ ਦੇ ਵਿੱਚ ਕੀ ਹੋ ਜਾਂਦਾ, ਬੱਚੇ ਦੀ ਭਾਸ਼ਾ ਦਾ ਵਿਕਾਸ ਹੁੰਦਾ, ਬੋਡੀ ਸੰਕੇਤ ਅਤੇ ਉਹਨੂੰ ਚਿੰਨ੍ਹਾਂ ਦੀ ਪਛਾਣ ਹੋ ਜਾਂਦੀ ਹੈ। ਠੀਕ ਹੈ, ਸਾਈਨ ਜਿਹੜੇ ਹੈ, ਚਿੰਨ੍ਹ ਜਿਹੜੇ ਹੈ ਉਹਨਾਂ ਦੀ ਪਹਿਚਾਣ ਹੋ ਜਾਂਦੀ ਹੈ, ਥੋੜ੍ਹੀ ਜਿਹੀ ਲੈਂਗੁਏਜ ਵੀ ਡਿਵੈਲਪ ਹੋ ਜਾਂਦੀ ਹੈ। ਫਿਰ ਗੈਸਚਰ ਜਿਹੜੇ ਹੈ ਉਹਨਾਂ ਦੀ ਪਛਾਣ ਵੀ ਉਸ ਨੂੰ ਹੋ ਜਾਂਦੀ ਹੈ। ਤਾਂ ਇਹ ਤੁਸੀਂ ਯਾਦ ਰੱਖਣਾ। ਦੂਸਰਾ ਕੀ ਹੈ, ਵਨ ਵੇ ਥਿੰਕਿੰਗ। ਬੱਚੇ ਦੀ ਸੋਚ ਹੈ ਜਿਹੜੀ ਇੱਕ ਪਾਸੜੀ ਹੁੰਦੀ ਹੈ, ਬੱਚਾ ਇੱਕ ਤਰੀਕੇ ਨਾਲ ਹੀ ਸੋਚਦਾ, ਇੱਕ ਗੱਲ ਨੂੰ ਉਹ ਹਾਲੇ ਲੌਜੀਕਲ ਤਰੀਕੇ ਨਾਲ ਨਹੀਂ ਸੋਚਦਾ। ਜਿਹੜੀ ਗੱਲ ਤੁਸੀਂ ਉਹਨੂੰ ਕਹਿਤੀ ਉਹਨੇ ਉਹੀ ਸੁਣਨੀ ਆ, ਉਹੀ ਮੰਨਣੀ ਆ। ਉਹ ਖੁਦ ਆਪਣੇ ਆਪ ਉਸ ਨੂੰ ਡਿਸਾਈਡ ਨਹੀਂ ਕਰ ਪਾ ਰਿਹਾ ਕਿ ਇਹ ਸਹੀ ਹੈ ਜਾਂ ਗਲਤ ਹੈ। ਠੀਕ ਹੈ, ਤਾਂ ਵਨ ਵੇ ਥਿੰਕਿੰਗ ਹੁੰਦੀ ਹੈ। ਇਰੀਵਰਸੀਬਲ ਹੁੰਦਾ, ਇਰੀਵਰਸੀਬਲ ਦਾ ਮਤਲਬ ਬੱਚਾ ਜੋ ਹੋਇਆ ਇੱਕ ਪਾਸੇ ਤੋਂ ਹੀ ਸੋਚਦਾ, ਉਹ ਰਿਵਰਸ ਥਿੰਕਿੰਗ ਨਹੀਂ ਹੁੰਦੀ, ਲੌਜੀਕਲ ਨਹੀਂ ਹੁੰਦਾ ਇਸ ਟਾਈਮ ਦੇ ਵਿੱਚ। ਅੱਗੇ ਹੈ ਜੀ ਸੈਂਟਰਿੰਗ। ਤਾਂ ਬੱਚਾ ਜਿਹੜਾ ਹੈ ਸੈਂਟਰਿੰਗ, ਆਪਣੇ ਆਪ ਨੂੰ ਪ੍ਰਮੁੱਖਤਾ ਦਿੰਦਾ। ਠੀਕ ਹੈ, ਉਹ ਜਿਹੜਾ ਹੈ ਉਸ ਨੂੰ ਜਿਹੜਾ ਹੈ ਬਿਲਕੁਲ ਵੀ ਡਿਫਰੈਂਸ਼ੀਏਸ਼ਨ ਨਹੀਂ ਕਰਨਾ ਆਉਂਦਾ ਚੀਜ਼ਾਂ ਦੇ ਵਿੱਚ ਕਿ ਡਿਫਰੈਂਸ ਕੀ ਹੈ। ਉਸ ਤੋਂ ਬਾਅਦ ਜਿਹੜੀ ਮੋਸਟ ਇੰਪੋਰਟੈਂਟ ਇਸ ਦੀ ਵਿਸ਼ੇਸ਼ਤਾ, ਜਿਸ ਦੇ ਉੱਪਰ ਕੁਐਸਚਨ ਕਈ ਵਾਰ ਪੁੱਛਿਆ ਜਾਂਦਾ, ਉਹ ਹੈ ਐਨੀਮਿਜ਼ਮ। ਐਨੀਮਿਜ਼ਮ ਕੀ ਹੈ, ਇਹ ਜੀਨ ਪਿਆਜੇ ਦੀ ਦੂਸਰੀ ਸਟੇਜ ਦੀ ਵਿਸ਼ੇਸ਼ਤਾ ਹੈ। ਠੀਕ ਹੈ, ਐਨੀਮਿਜ਼ਮ ਦਾ ਮਤਲਬ ਬੱਚਾ ਹੈ, ਆਹ ਬੱਚੇ ਦੇ ਸਾਹਮਣੇ ਇੱਕ ਖਿਡੌਣਾ ਪਿਆ ਹੈ, ਆਹ ਖਿਡੌਣਾ ਪਿਆ। ਠੀਕ ਹੈ ਜੀ, ਇਹ ਖਿਡੌਣਾ ਜਿਹੜਾ ਹੈ ਉਹ ਪਿਆ, ਤਾਂ ਬੱਚਾ ਜਿਹੜਾ ਹੈ ਇਸ ਖਿਡੌਣੇ ਨੂੰ ਨਿਰਜੀਵ ਨਹੀਂ ਸਮਝੂਗਾ, ਨੋਨ ਲਿਵਿੰਗ ਨਹੀਂ ਸਮਝੂਗਾ, ਇਸ ਨੂੰ ਲਿਵਿੰਗ ਥਿੰਗਸ ਮੰਨੂਗਾ। ਉਹ ਇਸ ਨੂੰ ਸਜੀਵ ਵਸਤੂ ਮੰਨੂਗਾ ਕਿ ਇਹ ਜਿੰਦਾ ਹੈ ਇਹ ਚੀਜ਼। ਤਾਂ ਜਦੋਂ ਬੱਚਾ ਜਿਹੜੀਆਂ ਨਿਰਜੀਵ ਵਸਤੂਆਂ ਉਹਨੂੰ ਵੀ ਜਿੰਦਾ ਵਸਤੂਆਂ ਮੰਨਦਾ, ਉਹਨੂੰ ਵੀ ਸੰਜੀਵ ਵਸਤੂਆਂ ਮੰਨਦਾ, ਤਾਂ ਇਹ ਜਿਹੜੀ ਵਿਸ਼ੇਸ਼ਤਾ ਹੁੰਦੀ ਆ ਉਹ 2 ਤੋਂ 7 ਸਾਲ ਦੀ ਜਿਹੜੀ ਪ੍ਰੀ ਓਪਰੇਸ਼ਨਲ ਸਟੇਜ ਹੁੰਦੀ ਹੈ ਉਸ ਦੇ ਵਿੱਚ ਬੱਚੇ ਅੰਦਰ ਪਾਈ ਜਾਂਦੀ ਹੈ, ਐਨੀਮਿਜ਼ਮ ਦੀ ਵਿਸ਼ੇਸ਼ਤਾ। ਠੀਕ ਹੈ ਜੀ, ਤਾਂ ਇਸ ਤੋਂ ਬਾਅਦ ਦੇਖੋ ਜੀ ਨੈਕਸਟ ਇਸ ਦੀ ਵਿਸ਼ੇਸ਼ਤਾ ਇਸ ਸਟੇਜ ਦੀ ਹੈ ਈਗੋਸੈਂਟਰਿਕ। ਇਸ ਏਜ ਵਿੱਚ ਬੱਚਾ ਜਿੱਦੀ ਸੁਭਾਅ ਦਾ ਹੁੰਦਾ ਹੈ। ਠੀਕ ਹੈ, ਈਗੋਸੈਂਟਰਿਕ ਹੁੰਦਾ ਜੀ, ਇੱਥੇ ਥੋੜ੍ਹਾ ਜਿਹਾ ਲਿਖਿਆ ਦਿਖ ਨਹੀਂ ਰਿਹਾ, ਤਾਂ ਈਗੋਸੈਂਟਰਿਕ ਹੁੰਦਾ ਬੱਚਾ। ਬੱਚੇ ਦੇ ਅੰਦਰ ਈਗੋ ਦੀ ਭਾਵਨਾ ਹੁੰਦੀ, ਉਹ ਆਪਣੇ ਆਪ ਨੂੰ ਪਹਿਲ ਦਿੰਦਾ ਜੀ। ਅਤੇ ਤੁਸੀਂ ਧਿਆਨ ਨਾਲ ਦੇਖਣਾ। ਨੈਕਸਟ ਜਿਹੜਾ ਹੈ ਦੇਖੋ ਜੀ ਮੇਕ ਬਲੀਵ। ਇਸ ਸਟੇਜ ਵਿੱਚ ਬੱਚਾ ਆਪਣੀਆਂ ਲੋੜਾਂ ਨੂੰ ਲੈ ਕੇ ਜਿਹੜਾ ਹੈ ਵਿਸ਼ਵਾਸ ਬਣਾਉਂਦਾ, ਤਾਂ ਆਪਣੀਆਂ ਲੋੜਾਂ ਤੱਕ ਸੀਮਿਤ ਹੁੰਦਾ, ਆਪਣੀਆਂ ਲੋੜਾਂ ਨੂੰ ਲੈ ਕੇ ਵਿਸ਼ਵਾਸ ਬਣਾਉਂਦਾ ਕਿ ਹਾਂ ਮੇਰੀ ਲੋੜ ਹੈ ਅਤੇ ਮੇਰੀ ਲੋੜ ਪੂਰੀ ਕੀਤੀ ਜਾਵੇਗੀ। ਠੀਕ ਹੈ, ਤਾਂ ਵਿਸ਼ਵਾਸ ਬਣਾਉਣ ਦੀ ਜਿਹੜੀ ਹੈ ਸ਼ਕਤੀ ਸੈਕਿੰਡ ਸਟੇਜ ਦੇ ਵਿੱਚ ਬੱਚੇ ਦੇ ਵਿੱਚ ਆ ਜਾਂਦੀ ਹੈ। ਉਸ ਤੋਂ ਬਾਅਦ ਦੇਖੋ ਜੀ ਤੀਸਰੀ ਸਟੇਜ ਆ ਜਿਹੜੀ ਪਿਆਜੇ ਦੀ, ਉਸ ਦੇ ਵਿੱਚ ਕੀ ਹੈ ਜੀ, ਇਸ ਨੂੰ ਆਪਾਂ ਓਪਰੇਸ਼ਨਲ ਜਾਂ ਕੰਕਰੀਟ ਆਪਰੇਸ਼ਨਲ ਸਟੇਜ ਕਹਿ ਦਿੰਦੇ ਹਾਂ।
ਇਹ 7 ਤੋਂ 11 ਸਾਲ ਤੱਕ ਦੇ ਬੱਚੇ ਦੇ ਅੰਦਰ ਹੁੰਦੀ ਹੈ ਜੀ। ਇਸ ਸਟੇਜ ਦੇ ਵਿੱਚ ਕੀ ਹੈ, ਟੂ ਵੇ ਲੌਜੀਕਲ ਥਿੰਕਿੰਗ, ਠੀਕ ਹੈ, ਹੁੰਦੀ ਹੈ। ਇਸ ਏਜ ਵਿੱਚ ਬੱਚਾ ਦੋਹਾਂ ਪਾਸਿਆਂ ਤੋਂ ਤਰਕ ਨਾਲ ਸੋਚਦਾ ਹੈ, ਠੀਕ ਹੈ। ਤਰਕ ਕਰਨ ਦੀ ਸ਼ਕਤੀ ਉਸ ਅੰਦਰ ਡਿਵੈਲਪ ਹੋਣ ਲੱਗ ਜਾਂਦੀ ਹੈ, ਠੀਕ ਹੈ। ਇਸ ਸਟੇਜ ਦੇ ਵਿੱਚ ਤਾਂ ਲੌਜੀਕਲ ਥਿੰਕਿੰਗ ਥੋੜ੍ਹੀ ਜਿਹੀ ਡਿਵੈਲਪ ਹੋ ਜਾਂਦੀ ਹੈ। ਫਿਰ ਜਦੋਂ ਤਰਕ ਕਰੂਗਾ ਤਾਂ ਰਿਵਰਸੀਬਲ ਵੀ ਹੋ ਜਾਊਗਾ, ਠੀਕ ਹੈ। ਉਹ ਕਿਸੇ ਚੀਜ਼ ਨੂੰ ਇੱਕ ਪਾਸੇ ਤੋਂ ਨਹੀਂ ਸੋਚੂਗਾ, ਉਹ ਦੋਨਾਂ ਪਾਸਿਆਂ ਤੋਂ ਸੋਚੂਗਾ। ਬੱਚਾ ਕਿਸੇ ਵੀ ਚੀਜ਼ ਗੱਲ ਬਾਰੇ ਦੋਹਾਂ ਪਾਸਿਆਂ ਤੋਂ ਸੋਚਦਾ, ਰਿਵਰਸੀਬਲ ਹੁੰਦਾ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ, ਡੀਸੈਂਟਰਿੰਗ। ਦੂਜੀ ਸਟੇਜ ਦੇ ਵਿੱਚ ਬੱਚਾ ਜਿਹੜਾ ਹੈ ਉਹ ਸੈਂਟਰਿਜ਼ਮ ਸੀਗਾ, ਆਪਣੇ ਆਪ ਨੂੰ ਜਿਹੜਾ ਹੈ ਪਹਿਲ ਦਿੰਦਾ ਸੀ। ਇੱਥੇ ਜਿਹੜਾ ਹੈ ਉਹ ਡੀਸੈਂਟਰਲਾਈਜ਼ ਹੋ ਜਾਂਦਾ, ਆਪਣੇ ਦੂਸਰੇ ਸਾਥੀਆਂ ਨੂੰ ਵੀ ਨਾਲ ਲੈ ਕੇ ਚੱਲਦਾ ਹੈ, ਠੀਕ ਹੈ ਜੀ। ਡੀਸੈਂਟਰਲਾਈਜ਼ ਹੋ ਜਾਂਦਾ। ਨੈਕਸਟ ਇਸ ਸਟੇਜ ਦੀ ਵਿਸ਼ੇਸ਼ਤਾ ਕੀ ਹੈ ਜੀ, ਉਹ ਵਿਸ਼ੇਸ਼ਤਾ ਹੈ ਕਲਾਸੀਫਿਕੇਸ਼ਨ। ਬੱਚੇ ਨੂੰ ਵਸਤਾਂ ਦੀ ਪਹਿਚਾਣ ਹੋ ਜਾਂਦੀ, ਬੱਚਾ ਵਸਤਾਂ ਨੂੰ ਕਲਾਸੀਫਾਈ ਕਰਨ ਲੱਗ ਜਾਂਦਾ। ਉਹਨਾਂ ਦੀ ਜਿਹੜਾ ਹੈ ਅਲੱਗ-ਅਲੱਗ ਟਾਈਪਸ, ਉਹਨਾਂ ਨੂੰ ਅਲੱਗ-ਅਲੱਗ ਕਰਨਾ ਸਿੱਖ ਲੈਂਦਾ। ਉਹ ਰੰਗਾਂ ਦੀ ਪਹਿਚਾਣ ਹੋ ਜਾਂਦੀ ਹੈ ਬੱਚੇ ਨੂੰ, ਤਾਂ ਰੰਗਾਂ ਨੂੰ ਅਲੱਗ-ਅਲੱਗ ਕਰਨਾ ਸਿੱਖ ਲੈਂਦਾ ਉਹ। ਉਸ ਤੋਂ ਬਾਅਦ ਹੈ ਜੀ ਸੀਰੀਏਸ਼ਨ। ਸੀਰੀਏਸ਼ਨ ਨੂੰ ਲੈ ਕੇ ਵੀ ਕੁਐਸਚਨ ਕਈ ਵਾਰ ਪੁੱਛਿਆ ਗਿਆ। ਬੱਚੇ ਨੂੰ ਵਸਤਾਂ ਦੀ ਤਰਤੀਬ ਵਾਲੇ ਪਤਾ ਲੱਗਦਾ ਕਿ ਸੀਰੀਏਸ਼ਨ ਕੀ ਹੈ। ਬੱਚੇ ਨੂੰ ਛੋਟੇ ਵੱਡੇ ਦਾ ਗਿਆਨ ਹੋ ਜਾਂਦਾ। ਮੰਨ ਲਓ ਇੱਕ ਤੋਂ ਬਾਅਦ ਬੱਚੇ ਨੂੰ ਪਤਾ ਲੱਗ ਜਾਂਦਾ 2 ਆਊਗਾ, 2 ਤੋਂ ਬਾਅਦ 3 ਆਊਗਾ, 4 ਆਊਗਾ। ਇਹ ਸੀਰੀਏਸ਼ਨ ਦਾ ਬੱਚੇ ਨੂੰ ਗਿਆਨ ਹੋ ਜਾਂਦਾ। ਜਾਂ ਫਿਰ ਦੇਖੋ, ਸਭ ਤੋਂ ਪਹਿਲਾਂ ਘਰ ਦੇ ਵਿੱਚ ਦਾਦਾ ਜੀ ਹੁੰਦੇ ਆ ਸਭ ਤੋਂ ਵੱਡੇ, ਫਿਰ ਪਿਤਾ ਜੀ ਹੁੰਦੇ ਆ। ਪਿਤਾ ਜੀ ਤੋਂ ਬਾਅਦ ਜੋ ਹੈ ਬੱਚੇ ਦਾ ਸਥਾਨ ਆਉਂਦਾ, ਤਾਂ ਬੱਚੇ ਨੂੰ ਇਹ ਗਿਆਨ ਹੋ ਜਾਂਦਾ ਕਿ ਸਾਡੇ ਘਰ ਦੀ ਜਿਹੜੀ ਤਰਤੀਬ ਆ, ਜਿਹੜੀ ਸੀਰੀਏਸ਼ਨ ਆ, ਉਹ ਪਹਿਲਾਂ ਦਾਦਾ ਜੀ ਤੋਂ ਸਟਾਰਟ ਹੁੰਦੀ ਹੈ, ਫਿਰ ਪਿਤਾ ਜੀ, ਫਿਰ ਉਹ ਖੁਦ, ਠੀਕ ਹੈ। ਤਾਂ ਇਹ ਸੀਰੀਏਸ਼ਨ ਦਾ ਬੱਚੇ ਨੂੰ ਜਿਹੜਾ ਹੈ ਉਹ ਗਿਆਨ ਹੋ ਜਾਂਦਾ। ਉਸ ਤੋਂ ਬਾਅਦ ਹੈ ਜੀ ਲੌਜੀਕਲ ਅਬਾਊਟ ਕੰਕਰੀਟ ਓਬਜੈਕਟ। ਕੰਕਰੀਟ ਓਬਜੈਕਟ ਉਹ ਹੁੰਦੇ ਆ ਜੀ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ। ਮੰਨ ਲਓ ਤੁਹਾਡੇ ਸਾਹਮਣੇ ਕੋਈ ਇੱਥੇ ਦੇਖੋ, ਤੁਹਾਡੇ ਸਾਹਮਣੇ ਕੋਈ ਸਟੈਚੂ ਬਣਿਆ ਹੋਇਆ, ਠੀਕ ਹੈ, ਕੋਈ ਸਟੈਚੂ ਬਣਿਆ ਹੋਇਆ। ਤਾਂ ਬੱਚਾ ਕੀ ਕਰੂਗਾ, ਇਹ ਓਬਜੈਕਟ ਨੂੰ ਟੱਚ ਵੀ ਕਰ ਸਕਦਾ, ਠੀਕ ਹੈ। ਇਸ ਨੂੰ ਜਿਹੜਾ ਹੈ ਛੂਹ ਵੀ ਸਕਦਾ ਅਤੇ ਇਹਦੇ ਬਾਰੇ ਉਹ ਸੋਚ ਵੀ ਸਕਦਾ, ਠੀਕ ਹੈ। ਉਹ ਇਹਦੇ ਬਾਰੇ ਸੋਚੂਗਾ ਵੀ ਕਿ ਇਹ ਸਟੈਚੂ ਕਿਸ ਤਰ੍ਹਾਂ ਹੈ, ਕਿਉਂ ਬਣਿਆ, ਕਿਸ ਦਾ ਹੈ। ਤਾਂ ਕੰਕਰੀਟ ਓਬਜੈਕਟ ਜਿਹੜੀਆਂ ਚੀਜ਼ਾਂ ਦੇਖੀਆਂ ਜਾ ਸਕਦੀਆਂ, ਛੂਹੀਆਂ ਜਾ ਸਕਦੀਆਂ, ਉਹਦੇ ਬਾਰੇ ਉਹ ਲੌਜੀਕਲ ਹੋ ਜਾਂਦਾ, ਠੀਕ ਹੈ। ਉਹਦੇ ਬਾਰੇ ਕੀ ਹੋ ਜਾਂਦਾ, ਲੌਜੀਕਲ ਹੋ ਜਾਂਦਾ। ਕਿਹੜੀ ਸਟੇਜ ਦੇ ਵਿੱਚ, ਥਰਡ ਸਟੇਜ ਦੇ ਵਿੱਚ। ਥਰਡ ਸਟੇਜ ਦੇ ਵਿੱਚ ਉਹ ਇਸ ਤਰ੍ਹਾਂ ਦੀ ਕਿਰਿਆਵਾਂ ਉਸ ਅੰਦਰ ਆ ਜਾਂਦੀਆਂ। ਫਿਰ ਹੈ ਕੰਜ਼ਰਵੇਸ਼ਨਲ ਥਿੰਕਿੰਗ। ਕੰਜ਼ਰਵੇਸ਼ਨਲ ਥਿੰਕਿੰਗ ਦਾ ਮਤਲਬ ਇਸ ਸਟੇਜ ਦੇ ਵਿੱਚ ਬੱਚੇ ਨੂੰ ਮਾਸ ਜਿਹੜਾ ਹੈ, ਮਾਸ, ਵੇਟ, ਠੀਕ ਹੈ, ਮਾਸ, ਵੇਟ, ਵੋਲੀਅਮ ਦਾ ਗਿਆਨ ਹੋ ਜਾਂਦਾ ਕਿ ਮਾਸ ਕਿੰਨਾ, ਭਾਰ ਕਿੰਨਾ, ਠੀਕ ਹੈ, ਵੋਲੀਅਮ ਕਿੰਨਾ। ਤਾਂ ਇਹ ਸਭ ਚੀਜ਼ਾਂ ਦਾ ਬੱਚੇ ਨੂੰ ਥੋੜ੍ਹਾ ਜਿਹਾ ਇਸ ਸਟੇਜ ਦੇ ਵਿੱਚ ਗਿਆਨ ਹੋ ਜਾਂਦਾ ਹੈ, ਠੀਕ ਹੈ ਜੀ। ਤਾਂ ਨੈਕਸਟ ਦੇਖੋ ਜੀ, ਨੈਕਸਟ ਜਿਹੜਾ ਹੈ ਉਹ ਹੈ ਸਪੈਟੀਅਲ ਥਿੰਕਿੰਗ। ਸਪੈਟੀਅਲ ਥਿੰਕਿੰਗ ਦੇ ਵਿੱਚ ਮਤਲਬ ਕਿ ਬੱਚੇ ਅੰਦਰ ਜਿਹੜੇ ਹੈ ਵਿਚਾਰ ਆਉਣ ਲੱਗ ਜਾਂਦੇ। ਬੱਚਾ ਜਿਹੜਾ ਹੈ ਆਪਣੇ ਚੌਗਿਰਦੇ ਤੋਂ ਇਲਾਵਾ, ਆਪਣੇ ਸਮਾਜ ਤੋਂ ਇਲਾਵਾ ਬਾਹਰ, ਮੰਨ ਲਓ ਉੱਪਰ ਇੱਕ ਐਰੋਪਲੇਨ ਉੱਡਿਆ ਜਾ ਰਿਹਾ, ਤਾਂ ਬੱਚਾ ਜਿਹੜਾ ਹੈ ਐਰੋਪਲੇਨ ਨੂੰ ਦੇਖ ਕੇ ਜਿਹੜਾ ਹੈ ਸੋਚੂਗਾ ਕਿ ਇਹ ਐਰੋਪਲੇਨ ਕਿਵੇਂ ਉੱਪਰ ਉੱਡ ਰਿਹਾ। ਬੱਚੇ ਦੇ ਦਿਮਾਗ 'ਚ ਵਿਚਾਰ ਆਉਣਗੇ। ਤਾਂ ਇਸ ਤਰ੍ਹਾਂ ਦੇ ਵਿਚਾਰ ਜਦੋਂ ਆਉਂਦੇ ਆ ਤਾਂ ਇਹ ਵੀ ਥਰਡ ਸਟੇਜ ਦੀ ਵਿਸ਼ੇਸ਼ਤਾ ਜੀ। ਉਸ ਤੋਂ ਬਾਅਦ ਕੀ ਹੈ ਜੀ, ਉਸ ਤੋਂ ਬਾਅਦ ਆ ਹੈਂਡਸ ਔਨ ਐਕਟੀਵਿਟੀ। ਬੱਚਾ ਜਿਹੜਾ ਹੈ ਬਿਨਾਂ ਕਿਸੇ ਸਹਾਰੇ ਦੇ ਚੱਲ ਫਿਰ ਸਕਦਾ, ਠੀਕ ਹੈ ਜੀ। ਹੁਣ ਬੱਚੇ ਨੂੰ ਬਿਨਾਂ ਕਿਸੇ ਸਹਾਰੇ ਦੇ ਆਪਣੇ ਹੱਥਾਂ ਨਾਲ, ਆਪਣੇ ਪੈਰਾਂ ਨਾਲ ਬਹੁਤ ਸਾਰੀ ਐਕਟੀਵਿਟੀਜ਼ ਆ ਉਹ ਕਰ ਸਕਦਾ। ਜੀਨ ਪਿਆਜੇ ਨੇ ਕਿਹਾ ਸੀ ਕਿ ਇਹ ਜਿਹੜੀਆਂ 3 ਸਟੇਜਾਂ ਜਿਹੜੀਆਂ ਆਪਾਂ ਉੱਪਰ ਡਿਸਕਸ ਕੀਤੀਆਂ ਹੋਈਆਂ, ਇਸ 3 ਸਟੇਜਾਂ ਤੱਕ ਤਾਂ ਸਾਰੇ ਬੱਚੇ ਜਾ ਸਕਦੇ ਆ। ਪਰ ਜਿਹੜੀ ਚੌਥੀ ਸਟੇਜ ਉਹਨੇ ਦਿੱਤੀ ਹੈ, ਤਾਂ ਚੌਥੀ ਸਟੇਜ ਬਾਰੇ ਉਸ ਕਹਿੰਦਾ ਕਿ
ਇਸ ਵਿੱਚ ਸਾਰੇ ਬੱਚੇ ਨਹੀਂ ਜਾ ਸਕਦੇ, ਕੁਝ ਹੀ ਬੱਚੇ ਜਿਹੜੇ ਆ ਉਹ ਜਾ ਸਕਦੇ ਆ। ਇਹ ਗੱਲ ਉਹਨੇ ਥਿੰਕਿੰਗ ਦੇ ਆਧਾਰ 'ਤੇ ਕਹੀ ਆ, ਠੀਕ ਹੈ ਜੀ, ਥਿੰਕਿੰਗ ਦੇ ਆਧਾਰ 'ਤੇ ਜੀਨ ਪਿਆਜ਼ੇ ਨੇ ਕਹੀ ਆ। ਉਹ ਤਾਂ ਚੌਥੀ ਸਟੇਜ ਕੀ ਆ, ਚੌਥੀ ਸਟੇਜ ਹੈ ਜੀ ਪੋਸਟ ਆਪਰੇਸ਼ਨਲ, ਠੀਕ ਹੈ ਜੀ, ਪੋਸਟ ਆਪਰੇਸ਼ਨਲ, ਇੱਕ ਮਿੰਟ, ਹਾਂਜੀ, ਤਾਂ ਚੌਥੀ ਸਟੇਜ ਹੈ ਜੀ ਪੋਸਟ ਆਪਰੇਸ਼ਨਲ ਔਰ ਪੋਸਟ ਕੰਕਰੀਟ ਆਪਰੇਸ਼ਨਲ, ਠੀਕ ਹੈ ਜੀ। ਤਾਂ ਇਸ ਸਟੇਜ ਦੇ ਵਿੱਚ ਇਹ ਸਟੇਜ 11 ਤੋਂ 14 ਸਾਲ ਜਾਂ 11 ਤੋਂ 18 ਸਾਲ ਦੋਨੋਂ ਹੀ ਇਸ ਦੇ ਵਿੱਚ ਇਨਕਲੂਡ ਨੇ। ਇਸ ਵਿੱਚ ਕੀ ਆ, ਪ੍ਰੋਬਲਮ ਸੋਲਵਿੰਗ ਥਿੰਕਿੰਗ ਆ ਜਾਂਦੀ ਹੈ ਬੱਚੇ ਦੇ ਵਿੱਚ, ਕਿਸੇ ਸਮੱਸਿਆ ਦਾ ਹੱਲ ਲੱਭਣਾ ਸ਼ੁਰੂ ਕਰ ਦਿੰਦਾ ਹੈ। ਇਸ ਵਿੱਚ ਬੱਚਾ ਆਪ ਸਮੱਸਿਆ ਦਾ ਹੱਲ ਲੱਭਦਾ, ਤਾਂ ਉਸ ਦੇ ਅੰਦਰ ਪ੍ਰੋਬਲਮ ਸੋਲਵਿੰਗ ਦੀ ਥਿੰਕਿੰਗ ਦੀ ਜਿਹੜੀ ਆ ਉਹ ਗੁਣ ਆ ਜਾਂਦਾ। ਦੂਸਰਾ ਹੈ ਹਾਈਪੋਥੈਟੀਕਲ ਡਿਡਕਟਿਵ ਥਿੰਕਿੰਗ, ਹਾਈਪੋਥੈਟਿਕ ਹੋ ਜਾਂਦਾ ਜੀ ਬੱਚਾ, ਹਾਈਪੋਥੈਟਿਕ ਹੋ ਜਾਂਦਾ ਇਸ ਸਟੇਜ ਦੇ ਵਿੱਚ ਆ ਕੇ, ਠੀਕ ਹੈ ਜੀ। ਹਾਈਪੋਥੈਟਿਕ ਦਾ ਮਤਲਬ ਕੀ ਹੈ ਜੀ, ਕਿ ਉਹ ਇਸ ਏਜ ਵਿੱਚ ਆ ਕੇ ਕਿਸੇ ਚੀਜ਼ ਨੂੰ ਲੈ ਕੇ ਕਲਪਨਾ ਕਰਦਾ, ਠੀਕ ਹੈ, ਹਾਈਪੋਥੀਸਿਸ ਬਣਾਉਂਦਾ। ਤੀਸਰਾ ਹੈ ਡਿਸੀਜਨ ਮੇਕਿੰਗ, ਇਸ ਵਿੱਚ ਬੱਚਾ ਜਿਹੜਾ ਹੈ ਉਹ ਖੁਦ ਫੈਸਲਾ ਲੈਣਾ ਸ਼ੁਰੂ ਕਰ ਦਿੰਦਾ। ਜੀਨ ਪਿਆਜ਼ੇ ਦੇ ਅਨੁਸਾਰ ਹਰ ਕੋਈ ਜਿਹੜਾ ਫੈਸਲਾ ਨਹੀਂ ਲੈ ਸਕਦਾ, ਦੇਖੋ ਬੱਚਾ ਜਦੋਂ 11-12 ਸਾਲਾਂ ਦਾ, ਤਾਂ ਹਰ ਕੋਈ ਬੱਚਾ ਫੈਸਲਾ ਨਹੀਂ ਲੈ ਸਕਦਾ, ਪਰ ਜਿਹੜਾ ਬੱਚਾ ਫੈਸਲਾ ਲੈਂਦਾ, ਡਿਸੀਜਨ ਮੇਕਿੰਗ ਦਾ ਕੰਮ ਕਰਦਾ, ਤਾਂ ਉਹ ਵਾਕਈ ਹੀ ਜਿਹੜਾ ਹੈ ਜੀਨੀਅਸ ਬੱਚਾ ਕਹਿਲਾਏਗਾ। ਤਾਂ ਹੀ ਪਿਆਜ਼ੇ ਨੇ ਕਿਹਾ ਕਿ 3 ਸਟੇਜਾਂ ਤੱਕ ਤਾਂ ਸਾਰੇ ਬੱਚੇ ਜਾ ਸਕਦੇ ਆ, ਪਰ 4th ਸਟੇਜ ਦੇ ਵਿੱਚ ਹਰ ਇੱਕ ਬੱਚਾ ਨਹੀਂ ਜਾ ਸਕਦਾ, ਤਾਂ ਡਿਸੀਜਨ ਲੈਂਦਾ ਜੀ। ਅਗਲੀ ਵਿਸ਼ੇਸ਼ਤਾ ਇਸ ਸਟੇਜ ਦੀ ਕੀ ਆ, ਉਹ ਹੈ ਜੀ ਅਬਸਟਰੈਕਟ ਲੌਜੀਕਲ ਅਬਾਊਟ ਕੰਕਰੀਟ ਆਬਜੈਕਟ। ਜਿਹੜੇ ਕੰਕਰੀਟ ਆਬਜੈਕਟ ਆ, ਠੀਕ ਹੈ, ਉਹਨਾਂ ਪ੍ਰਤੀ ਬੱਚਾ ਵਿਲੱਖਣ ਢੰਗ ਨਾਲ ਸੋਚਦਾ, ਠੀਕ ਹੈ। ਅਮੂਰਤ ਚੀਜ਼ਾਂ ਜਿਹੜੀਆਂ ਆਪਾਂ ਨੂੰ, ਜਿਨ੍ਹਾਂ ਦੇ ਕੋਈ ਸ਼ੇਪ ਨਹੀਂ, ਜਿਹੜੀਆਂ ਆਪਾਂ ਨੂੰ ਨਹੀਂ ਦਿਖਦੀਆਂ, ਉਹਦੇ ਬਾਰੇ ਵੀ ਉਹ ਲੌਜੀਕਲ ਢੰਗ ਨਾਲ ਸੋਚਣਾ ਸਟਾਰਟ ਕਰ ਦਿੰਦਾ ਇਸ ਸਟੇਜ ਦੇ ਵਿੱਚ ਆ ਕੇ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਇਹ 4 ਸਟੇਜਾਂ ਨੇ ਪਿਆਜ਼ੇ ਦੀ ਥਿਊਰੀ ਦੀਆਂ। ਆ ਦੇਖੋ ਇੱਥੇ ਸਮਝਾਇਆ ਗਿਆ, ਥੋੜ੍ਹਾ ਜਿਹਾ ਧਿਆਨ ਨਾਲ ਦੇਖੋ। ਸੈਂਸਰੀ ਮੋਟਰ ਸਟੇਜ ਹੈ ਜੀ, ਇਹ ਬਰਥ ਤੋਂ ਲੈ ਕੇ 2 ਸਾਲ ਤੱਕ ਹੁੰਦੀ ਹੈ ਜੀ। ਇਸ ਦੇ ਵਿੱਚ ਬੱਚਾ ਕਿਸ ਤਰ੍ਹਾਂ ਦੀ ਐਕਟੀਵਿਟੀ ਕਰੇ। ਦੂਸਰੀ ਹੈ ਜੀ ਪ੍ਰੀ ਆਪਰੇਸ਼ਨਲ ਸਟੇਜ, ਜਿਹੜੀ 2 ਤੋਂ 7 ਸਾਲ ਤੱਕ ਦੀ ਹੁੰਦੀ ਹੈ, ਠੀਕ ਹੈ। ਇਸ ਦੇ ਵਿੱਚ ਬੱਚਾ ਥੋੜ੍ਹਾ ਈਗੋਸੈਂਟਰਿਕ ਰਹਿੰਦਾ, ਡਿਫਰੈਂਸ਼ੀਏਸ਼ਨ ਘੱਟ ਕਰ ਪਾਉਂਦਾ। ਤੀਸਰੀ ਸਟੇਜ ਹੈ ਜੀ ਕੰਕਰੀਟ ਪ੍ਰੀ ਆਪਰੇਸ਼ਨਲ ਸਟੇਜ, 7 ਤੋਂ 11 ਸਾਲ ਦੀ। ਇਸ ਵਿੱਚ ਬੱਚਾ ਲੌਜੀਕਲ ਹੋ ਜਾਂਦਾ, ਡਿਫਰੈਂਸ਼ੀਏਸ਼ਨ ਕਰਨਾ ਸ਼ੁਰੂ ਕਰ ਦਿੰਦਾ, ਸੀਰੀਏਸ਼ਨ ਦੀ ਜਾਣਕਾਰੀ ਬੱਚੇ ਨੂੰ ਹੋ ਜਾਂਦੀ ਆ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਜਿਹੜੀ ਨੈਕਸਟ ਅਤੇ ਲਾਸਟ ਸਟੇਜ ਹੈ ਜੀ, ਇਸ ਦੇ ਵਿੱਚ ਬੱਚਾ ਫਾਰਮਲ ਆਪਰੇਸ਼ਨਲ ਸਟੇਜ ਹੈ ਜੀ। ਇਹ 12 ਤੋਂ ਲੈ ਕੇ 18 ਸਾਲ ਤੱਕ ਹੁੰਦੀ ਹੈ। ਇਸ ਵਿੱਚ ਦੇਖੋ ਬੱਚਾ ਕਿਸ ਤਰ੍ਹਾਂ ਲੌਜੀਕਲ ਤਰੀਕੇ ਨਾਲ ਸੋਚ ਰਿਹਾ ਕਿ ਗਲਾਸ ਆ ਜਿਹੜਾ ਪਾਣੀ ਦਾ, ਉਹ ਅੱਧਾ ਖਾਲੀ ਹੈ ਜਾਂ ਅੱਧਾ ਭਰਿਆ, ਤਾਂ ਉਹ ਲੌਜੀਕਲ ਤਰੀਕੇ ਨਾਲ ਇਸ ਸਟੇਜ ਦੇ ਵਿੱਚ ਸੋਚਦਾ ਹੈ, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਹੋਊਗੀ। ਹੁਣ ਤੁਸੀਂ ਦੇਖੋ ਜੀ, ਇਸ ਦੀ ਇੱਕ ਲਾਸਟ ਸਟੇਜ ਹੈ ਜਿਹੜੀ, ਉਸ ਦੀ ਇੱਕ ਵਿਸ਼ੇਸ਼ਤਾ ਈਗੋਸੈਂਟਰਿਕ ਹੋ ਜਾਂਦਾ ਹੈ ਇਸ ਸਟੇਜ ਦੇ ਵਿੱਚ ਫਿਰ ਆ ਕੇ ਬੱਚਾ, ਕਿਉਂਕਿ ਕਿਸ਼ੋਰ ਅਵਸਥਾ ਦੇ ਵਿੱਚ ਜਦੋਂ ਬੱਚਾ ਆ ਜਾਂਦਾ ਤਾਂ ਥੋੜ੍ਹਾ ਜਿੱਦੀ ਹੋ ਜਾਂਦਾ, ਈਗੋਸੈਂਟਰਿਕ ਹੋ ਜਾਂਦਾ। ਇਹ ਵੀ ਤੁਸੀਂ ਨੋਟ ਕਰ ਲੈਣਾ, ਇਸ ਸਟੇਜ ਦੀ ਵਿਸ਼ੇਸ਼ਤਾ ਹੈ। ਇਸ ਤੋਂ ਇਲਾਵਾ ਕ੍ਰਿਟੀਸਿਜ਼ਮ ਕਿਸ ਨੇ ਕੀਤਾ, ਜੀਨ ਪਿਆਜ਼ੇ ਦੀ ਜਿਹੜੀ ਆਲੋਚਨਾ ਉਹ ਸੀਜ਼ਲਰ ਅਤੇ ਬਰੂਨਰ ਨੇ ਕੀਤੀ ਹੈ ਜੀ। ਉਹਨਾਂ ਨੇ ਜਿਹੜਾ ਹੈ ਇਸ ਦੀ ਥਿਊਰੀ ਦੀ ਆਲੋਚਨਾ ਕੀਤੀ ਹੈ, ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਹੁਣ ਕਰਦੇ ਹਾਂ ਜੀ ਪਿਆਜ਼ੇ ਦੀ ਥਿਊਰੀ ਦੇ ਨਾਲ ਰਿਲੇਟਡ ਕੁਐਸਚਨ ਨੂੰ ਤੁਸੀਂ ਧਿਆਨ ਨਾਲ ਸੁਣਨਾ ਹੈ ਅਤੇ ਇਸ ਦੇ ਜਿਹੜੇ ਆਨਸਰ ਹੈ ਉਹ ਵੀ ਦੇਖਣੇ ਨੇ। ਦੇਖੋ ਪਹਿਲਾ ਕੁਐਸਚਨ ਆ, ਪ੍ਰੋਬਲਮ ਸੋਲਵਿੰਗ ਐਂਡ ਡੈਸ਼ ਆਰ ਡਿਵੈਲਪ ਡਿਊਰਿੰਗ ਦਾ 4th ਸਟੇਜ ਫਾਰਮਲ ਆਪਰੇਸ਼ਨਲ। ਜਿਹੜੀ ਪ੍ਰੋਬਲਮ ਸੋਲਵਿੰਗ ਅਤੇ ਉਸ ਦੇ ਨਾਲ ਕਿਸ ਗੁਣ ਦੀ ਜਿਹੜੀ ਵਿਸ਼ੇਸ਼ ਗੁਣ ਆ ਜਿਹੜਾ ਡਿਵੈਲਪ ਹੋ ਜਾਂਦਾ 4ਥੀ ਸਟੇਜ ਦੇ ਵਿੱਚ, ਕੁਐਸ਼ਨਿੰਗ ਦਾ ਗੁਣ, ਥਿੰਕਿੰਗ ਦਾ ਗੁਣ, ਲਿਸਨਿੰਗ ਦਾ ਜਾਂ ਰੀਜ਼ਨਿੰਗ ਦਾ। ਤਾਂ ਤੁਹਾਨੂੰ ਮੈਂ ਦੱਸਿਆ ਸੀ ਕਿ 4th ਸਟੇਜ ਦੇ ਵਿੱਚ
ਬੱਚਾ ਜਿਹੜਾ ਉਹ ਰੀਜ਼ਨਿੰਗ ਕਰਨਾ ਸ਼ੁਰੂ ਕਰ ਦਿੰਦਾ, ਤਰਕ ਕਰਨਾ ਸ਼ੁਰੂ ਕਰ ਦਿੰਦਾ। ਤਾਂ ਇਸ ਦਾ ਆਨਸਰ ਹੈ ਜੀ ਲਾਸਟ, ਰੀਜ਼ਨਿੰਗ। ਠੀਕ ਹੈ ਜੀ, ਇਹ ਤੁਸੀਂ ਧਿਆਨ ਨਾਲ ਦੇਖਣਾ। ਨੈਕਸਟ ਹੈ ਜੀ ਡਿਊਰਿੰਗ ਦਾ ਪ੍ਰੀ ਓਪਰੇਸ਼ਨਲ ਸਟੇਜ। ਠੀਕ ਹੈ ਜੀ, ਡਿਊਰਿੰਗ ਦਾ ਪ੍ਰੀ ਓਪਰੇਸ਼ਨਲ ਸਟੇਜ ਚਿਲਡਰਨ ਆਰ ਵੈਰੀ। ਪ੍ਰੀ ਓਪਰੇਸ਼ਨਲ ਸਟੇਜ ਇੱਕ ਤਾਂ ਸੈਂਸਰੀ ਮੀਟਰ ਹੁੰਦੀ ਹੈ ਜੀ 0 ਤੋਂ 2 ਸਾਲ, ਇੱਕ ਹੁੰਦੀ ਆ ਪ੍ਰੀ ਓਪਰੇਸ਼ਨਲ ਜਿਹੜੀ 2 ਤੋਂ 7 ਸਾਲ ਹੁੰਦੀ ਆ। ਚਿਲਡਰਨ ਕੀ ਹੁੰਦੇ ਆ, ਵੈਰੀ ਇੰਡੀਪੈਂਡੈਂਟ ਹੁੰਦੇ ਆ, ਲਾਊਡ ਹੁੰਦੇ ਆ, ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਕਰਦੇ ਆ, ਈਗੋ ਸੈਂਟਰਿਕ ਹੁੰਦੇ ਆ ਜਾਂ ਸੈਲਫ ਸੈਂਟਰਡ ਹੁੰਦੇ ਆ। ਤਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਜਿਹੜੀ ਦੂਜੀ ਸਟੇਜ ਹੈ ਪ੍ਰੀ ਓਪਰੇਸ਼ਨਲ, ਉਸ ਦੇ ਵਿੱਚ ਆ ਕੇ ਬੱਚਾ ਜਿਹੜਾ ਹੈ ਈਗੋ ਸੈਂਟਰਿਕ ਹੋ ਜਾਂਦਾ, ਉਹ ਸਿਰਫ ਆਪਣੇ ਬਾਰੇ ਸੋਚਦਾ, ਆਪਣੀ ਗੱਲ ਹੀ ਕਰਦਾ। ਤਾਂ ਇਸ ਦਾ ਆਨਸਰ ਹੈ ਜੀ 3 ਨੰਬਰ। ਠੀਕ ਹੈ ਜੀ, ਨੈਕਸਟ ਦੇਖੋ ਜੀ ਇੱਥੇ ਕੁਐਸਚਨ ਕੀ ਬਣ ਰਿਹਾ, ਜੀਨ ਪਿਆਜ਼ੇ ਡੈਵਲਪਡ ਐਂਡ ਪ੍ਰਪੋਜ਼ ਹਿਜ਼ ਥਿਊਰੀ ਆਫ ਕੋਗਨੀਟਿਵ ਡਿਵੈਲਪਮੈਂਟ ਡਿਊਰਿੰਗ ਦਾ। ਜੀਨ ਪਿਆਜ਼ੇ ਨੇ ਜਿਹੜਾ ਕੋਗਨੀਟਿਵ ਡਿਵੈਲਪਮੈਂਟ ਦੀ ਥਿਊਰੀ ਕਿਸ ਸਾਲ ਦਿੱਤੀ ਸੀ? ਇਸ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਠੀਕ ਹੈ ਜੀ, ਕਿਸ ਈਅਰ ਦੇ ਵਿੱਚ ਜਾਂ ਕਿਹੜੀ ਸੈਂਚੁਰੀ ਦੇ ਵਿੱਚ ਇਹ ਸਿਧਾਂਤ ਜਿਹੜਾ ਦਿੱਤਾ ਗਿਆ ਸੀ, ਇਸ ਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਜੀ। ਨੈਕਸਟ ਦੇਖੋ ਜੀ ਇੱਥੇ ਇੱਕ ਲੜਕੀ ਹੈ ਸਿੰਡੀ। ਸਿੰਡੀ ਆਪਣੀ ਦੁਨੀਆ ਨੂੰ ਮੁੱਖ ਤੌਰ 'ਤੇ ਆਸਾਨੀ ਨਾਲ ਉਪਲਬਧ ਵਸਤੂਆਂ ਨੂੰ ਫੜ ਕੇ ਚੂਸ ਕੇ ਸਮਝਦੀ ਹੈ, ਜਾਂ ਤਾਂ ਉਹ ਉਹਨੂੰ ਫੜ ਲੈਂਦੀ ਹੈ ਜਾਂ ਚੂਸਦੀ ਆ। ਸਿੰਡੀ ਸਪਸ਼ਟ ਤੌਰ 'ਤੇ ਪਿਆਜ਼ੇ ਦੀ ਕਿਹੜੀ ਸਟੇਜ ਦਾ ਹਿੱਸਾ ਹੈ? ਠੀਕ ਹੈ, ਮੈਂ ਤੁਹਾਨੂੰ ਦੱਸਿਆ ਸੀ ਕਿ ਸਕਿੰਗ, ਬੱਚਾ ਚੀਜ਼ਾਂ ਨੂੰ ਚਬਦਾ, ਸਕ ਕਰਦਾ। ਠੀਕ ਹੈ ਜੀ, ਅਤੇ ਗ੍ਰਾਸਪ ਕਰਦਾ। ਠੀਕ ਹੈ ਜੀ, ਗ੍ਰੈਸਪ ਕਰਦਾ, ਪਕੜਦਾ। ਤਾਂ ਇਹ ਪਹਿਲੀ ਸਟੇਜ ਸੀ, ਤਾਂ ਇਸ ਦੇ ਵਿੱਚ ਕਿਹੜਾ ਹੋਊਗਾ? ਇਸ ਦੇ ਵਿੱਚ ਜਿਹੜਾ ਹੈ ਆਪਸ਼ਨ ਨੰਬਰ 3 ਹੈ ਜੀ ਸੈਂਸਰੀ ਮੋਟਰ ਸਟੇਜ। ਉਸ ਸਟੇਜ ਦੇ ਵਿੱਚ ਬੱਚਾ ਜਿਹੜਾ ਹੈ ਉਹ ਚੀਜ਼ਾਂ ਨੂੰ ਜਿਹੜਾ ਹੈ ਚੱਬਦਾ ਅਤੇ ਉਹਨਾਂ ਨੂੰ ਪਕੜਦਾ ਹੈ। ਠੀਕ ਹੈ, ਸੈਂਸਰੀ ਮੋਟਰ ਸਟੇਜ ਕਦੋਂ ਹੁੰਦੀ ਹੈ ਜੀ? ਸੈਂਸਰੀ ਮੋਟਰ ਸਟੇਜ 0 ਤੋਂ 2 ਸਾਲ ਤੱਕ ਜਿਹੜਾ ਹੈ, ਜੇ ਜਨਮ ਤੋਂ 2 ਸਾਲ ਤੱਕ ਦੀ ਹੁੰਦੀ ਹੈ। ਠੀਕ ਹੈ ਜੀ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਨੈਕਸਟ ਦੇਖੋ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਕੋਗਨੀਟਿਵ ਸਕੈਮਾ। ਕੋਗਨੀਟਿਵ ਸਕੈਮਾ ਜਿਹੜਾ ਹੈ, ਜਿਹਨੂੰ ਸਕੀਮਾ ਕਹਿ ਦਿੰਦੇ ਆਪਾਂ, ਬੌਧਿਕ ਢਾਂਚਾ ਇੱਕ। ਇਸ 'ਚ ਕੀ ਹੁੰਦਾ? ਸ਼ਾਰਟਿੰਗ ਬਾਈ ਕਲਰ, ਰੰਗਾਂ ਨੂੰ ਛਾਂਟਣਾ ਸ਼ੁਰੂ ਕਰ ਦਿੰਦਾ ਬੱਚਾ। ਠੀਕ ਹੈ, ਗ੍ਰਾਸਪਿੰਗ ਆ ਰੈਟਲ, ਖੜਖੜਾਹਟ ਕਰਨਾ ਸ਼ੁਰੂ ਕਰ ਦਿੰਦਾ। ਲੁਕਿੰਗ ਐਟ ਐਨ ਓਬਜੈਕਟ, ਕਿਸੇ ਵਸਤੂ ਨੂੰ ਦੇਖਣਾ ਸ਼ੁਰੂ ਕਰ ਦਿੰਦਾ। ਜਾਂ ਸਕਿੰਗ ਆ ਪੈਸੀਫਾਇਰ, ਸਾਮਕ ਕੋ ਚੂਸਣਾ ਸ਼ੁਰੂ ਕਰ ਦਿੰਦਾ। ਠੀਕ ਹੈ, ਤਾਂ ਤੁਸੀਂ ਦੇਖੋ ਜੀ ਸਕਿੰਗ ਹੋ ਗਿਆ, ਗ੍ਰਾਸਪਿੰਗ ਹੋ ਗਿਆ, ਇਹ ਤਾਂ ਪਹਿਲੀ ਸਟੇਜ ਆ ਗਈ। ਇੱਥੇ ਬੱਚੇ ਦਾ ਇੰਨਾ ਮਾਈਂਡ ਡਿਵੈਲਪ ਨਹੀਂ ਹੁੰਦਾ ਕਿ ਉਹ ਜਿਹੜਾ ਹੈ ਕਿਸੇ ਚੀਜ਼ ਦਾ ਉਹਨੂੰ ਜ਼ਿਆਦਾ ਗਿਆਨ ਹੋਵੇ। ਤਾਂ ਇਹ ਦੋਨੇ ਤਾਂ ਨਹੀਂ ਆਉਣਗੇ। ਸ਼ਾਰਟਿੰਗ ਬਾਈ ਕਲਰ, ਕਲਰ ਡਿਫਰੈਂਸ਼ੀਏਸ਼ਨ ਵੀ ਦੂਜੀ ਸਟੇਜ ਦੇ ਵਿੱਚ ਨਹੀਂ ਆਉਂਦਾ। ਤਾਂ ਸਕੈਮਾ ਦੇ ਵਿੱਚ ਬੱਚੇ ਨੂੰ ਗਿਆਨ ਹੁੰਦਾ, ਪੂਰਵ ਜਿਹੜਾ ਗਿਆਨ ਹੁੰਦਾ ਉਸ ਕੋਲ। ਤਾਂ ਫਿਰ ਉਹ ਪੂਰਵ ਗਿਆਨ ਨੂੰ ਜਿਹੜਾ ਹੈ ਕਦੋਂ ਉਸਦੇ ਦਿਮਾਗ ਵਿੱਚ ਆਉਂਦਾ? ਜਦੋਂ ਉਹ ਕਿਸੇ ਵਸਤੂ ਨੂੰ ਦੇਖਦਾ। ਠੀਕ ਹੈ, ਜਦੋਂ ਕਿਸੇ ਵਸਤੂ ਨੂੰ ਦੇਖਦਾ ਤਾਂ ਉਸ ਨੂੰ ਲੱਗਦਾ ਕਿ ਹਾਂ ਯਾਰ ਇਹ ਉਹੀ ਵਸਤੂ ਆ ਜਿਹੜੀ ਮੈਨੂੰ ਦੱਸੀ ਗਈ ਸੀ ਕਿ ਇਹ ਇਸ ਤਰ੍ਹਾਂ ਦੀ ਹੁੰਦੀ ਆ, ਇਸ ਦੀ ਸ਼ੇਪ ਇਸ ਤਰ੍ਹਾਂ ਦੀ ਹੁੰਦੀ ਹੈ। ਜਿਹੜਾ ਪੂਰਵ ਗਿਆਨ ਉਸ ਕੋਲ ਹੈ, ਫਿਰ ਉਹ ਵਸਤੂ ਨੂੰ ਦੇਖ ਕੇ ਉਸ ਗਿਆਨ ਨੂੰ ਰੀਕਾਲ ਕਰਦਾ। ਠੀਕ ਹੈ ਜੀ, ਨੈਕਸਟ ਕੁਐਸਚਨ ਜੀ, ਅਕੋਰਡਿੰਗ ਟੂ ਪਿਆਜ਼ੇ ਦਾ ਇਨਕੋਰਪੋਰੇਸ਼ਨ ਆਫ ਨਿਊ ਇਨਫੋਰਮੇਸ਼ਨ ਇਨਟੂ ਐਗਜ਼ਿਸਟਿੰਗ ਸਕੈਮਾਸ ਇਜ਼ ਕਾਲਡ। ਜਦੋਂ ਆਪਾਂ ਜਿਹੜੀ ਹੈ ਕੋਈ ਨਵੀਂ ਜਾਣਕਾਰੀ ਜਿਹੜੀ ਪਹਿਲਾਂ ਤੋਂ ਬੱਚੇ ਕੋਲ ਉਪਲਬਧ ਜਾਣਕਾਰੀ ਹੈ ਉਸ ਦੇ ਵਿੱਚ ਐਡ ਕਰਦੇ ਹਾਂ ਤਾਂ ਉਸ ਨੂੰ ਕੀ ਕਹਿੰਦੇ ਆ? ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਪਹਿਲਾਂ ਬੱਚੇ ਕੋਲ ਜਾਣਕਾਰੀ ਹੈ ਉਹ ਤਾਂ ਜੀ ਸਕੈਮਾ ਹੈ। ਠੀਕ ਹੈ, ਜਦੋਂ ਉਹ ਨਵੀਂ ਜਾਣਕਾਰੀ ਉਸ ਜਾਣਕਾਰੀ ਦੇ ਵਿੱਚ ਐਡ ਹੁੰਦੀ ਹੈ ਤਾਂ ਉਸ ਨੂੰ ਕੀ ਕਹਿੰਦੇ ਆ? ਤਾਂ ਇਸ ਦਾ ਜਿਹੜਾ ਕਰੈਕਟ ਆਨਸਰ ਹੈ ਜੀ ਆਪਸ਼ਨ ਸੀ, ਉਸ ਨੂੰ ਅਕੋਮੋਡੇਸ਼ਨ ਕਹਿੰਦੇ ਆ। ਆਪਸ਼ਨ ਸੀ ਇਸ ਦਾ ਕਰੈਕਟ ਆਨਸਰ ਹੈ ਜੀ। ਨੈਕਸਟ ਦੇਖੋ ਜੀ, ਨੈਕਸਟ ਕੀ ਹੈ? ਇਹ ਵਾਲਾ ਕੁਐਸਚਨ ਹੈ, ਇਸ ਨੂੰ ਤੁਸੀਂ ਪਾਊਜ਼ ਕਰਕੇ ਜਿਹੜਾ ਹੈ ਇਸ ਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਦੇਣਾ ਹੈ। ਠੀਕ ਹੈ, ਇਹ ਕੁਐਸਚਨ ਤੁਹਾਡੇ ਲਈ ਹੈ। 2 ਕੁਐਸਚਨ ਹੋ ਗਏ, ਹੁਣ ਦੋਨਾਂ ਦੇ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਿਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਜਿਹੜਾ ਹੈ ਇਸ ਜਿਹੜਾ ਥਿਊਰੀ ਨੂੰ ਪੜ੍ਹ ਕੇ ਕਿੰਨਾ ਕੁ ਤੁਹਾਨੂੰ ਇਸ ਦਾ ਗਿਆਨ ਹੋਇਆ ਹੈ। ਹਾਂਜੀ, ਨੈਕਸਟ ਕੁਐਸਚਨ ਦੇਖਦੇ ਹਾਂ ਜੀ।
हाँ इत्थे देखो जी, पूजा वाज आस्क टू क्लासीफाई डिफरेंट काइंड्स ऑफ फ्लावर। ਪੂਜਾ ਨੂੰ ਕਿਹਾ ਗਿਆ ਕਿ ਉਹ ਨਾ ਉਹਦੇ ਸਾਹਮਣੇ ਕਈ ਰੰਗਾਂ ਦੇ ਫੁੱਲ ਜਿਹੜੇ ਹੈ ਰੱਖੇ ਗਏ, ਅਤੇ ਉਹਨਾਂ ਨੂੰ ਕਿਹਾ ਗਿਆ ਵੀ ਇਹਨੂੰ ਦੱਸ ਵੀ ਜਿਹੜੇ ਫੁੱਲ ਆ ਇਹ ਕਿਸ ਤਰ੍ਹਾਂ ਦੇ ਨੇ, ਠੀਕ ਹੈ, ਇਹ ਕਿਸ ਤਰ੍ਹਾਂ ਦੇ ਨੇ। ਪਰ ਜਿਹੜੀ ਪੂਜਾ ਹੈ ਉਹ ਕਲਾਸੀਫਾਈ ਕੇਵਲ ਇੱਕ ਪੈਰਾਮੀਟਰ ਦੇ ਉੱਪਰ ਹੀ ਕਰ ਪਾਉਂਦੀ ਆ, ਉਹ ਪੈਰਾਮੀਟਰ ਹੈ ਜੀ ਕਲਰ, ਠੀਕ ਹੈ। ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜਾ, ਮੰਨ ਲਓ ਪੰਜਾਬੀ ਦੇ ਵਿੱਚ ਕਿਹੜਾ ਗੇਂਦੇ ਦਾ ਫੁੱਲ ਆ, ਕਿਹੜਾ ਗੁਲਾਬ ਦਾ, ਠੀਕ ਹੈ। ਉਹ ਇਹ ਨਹੀਂ ਕਲਾਸੀਫਾਈ ਕਰ ਪਾਉਂਦੀ ਕਿ ਕਿਹੜਾ ਗੇਂਦਾ ਹੈ ਕਿਹੜਾ ਗੁਲਾਬ ਹੈ, ਬਸ ਉਹਨੂੰ ਇਹ ਪਤਾ ਹੈ ਕਿ ਆਹ ਪੀਲਾ ਫੁੱਲ ਹੈ ਅਤੇ ਆਹ ਲਾਲ ਹੈ, ਠੀਕ ਹੈ। ਕੇਵਲ ਇੱਕ ਰੰਗ ਦੇ ਆਧਾਰ 'ਤੇ ਉਹ ਫੁੱਲਾਂ ਨੂੰ ਕਲਾਸੀਫਾਈ ਕਰ ਪਾਉਂਦੀ ਆ। ਤਾਂ ਤੁਸੀਂ ਦੇਖਣਾ ਹੈ ਕਿ ਇਹ ਕਿਹੜਾ ਕਾਰਨ ਜਿਹੜੀ ਹੈ ਉਹ ਡਿਫਰੈਂਸ਼ੀਏਸ਼ਨ ਨਹੀਂ ਕਰ ਪਾਈ, ਠੀਕ ਹੈ। ਤਾਂ ਆਨਸਰ ਦੇਖੋ ਜੀ, ਪਹਿਲਾ ਆਪਸ਼ਨ ਹੈ ਈਗੋਸੈਂਟਰਿਜ਼ਮ, ਉਹ ਈਗੋਸੈਂਟਰਿਜ਼ਮ ਸੀ, ਜਾਂ ਸੈਂਟਰੇਸ਼ਨ ਦੇ ਕਾਰਨ, ਜਾਂ ਅਕੋਮੋਡੇਸ਼ਨ ਦੇ ਕਾਰਨ, ਜਾਂ ਓਪਰੇਸ਼ਨਲਿਜ਼ਮ ਦੇ ਕਾਰਨ। ਅਕੋਮੋਡੇਸ਼ਨ 'ਚ ਤਾਂ ਨਵੀਂ ਜਾਣਕਾਰੀ ਬੱਚੇ ਨੂੰ ਹਾਸਲ ਹੁੰਦੀ ਹੈ, ਠੀਕ ਹੈ, ਇਹ ਤਾਂ ਹੋ ਨਹੀਂ ਸਕਦਾ। ਓਪਰੇਸ਼ਨਲਿਜ਼ਮ ਵੀ ਨਹੀਂ ਹੋ ਸਕਦਾ। ਤਾਂ ਈਗੋਸੈਂਟਰਿਜ਼ਮ ਕਾਰਨ ਜਾਂ ਸੈਂਟਰੇਸ਼ਨ ਦੇ ਕਾਰਨ, ਇਹਨਾਂ ਦੇ ਵਿੱਚ ਸਹੀ ਆਨਸਰ ਹੋਊਗਾ ਜੀ ਈਗੋਸੈਂਟਰਿਜ਼ਮ ਕਾਰਨ, ਠੀਕ ਹੈ। ਬੱਚਾ ਜਿਹੜਾ ਹੈ ਆਪਣੇ ਬਾਰੇ ਹੀ ਸੋਚਦਾ, ਬਸ ਉਸ ਨੂੰ ਜਿਹੜਾ ਗਿਆਨ ਹੈ ਉਹੀ ਦੇਖਦਾ, ਉਸ ਨੂੰ ਦੂਸਰੇ ਦਾ ਗਿਆਨ ਨਾ ਲੈਣ ਦੀ ਸ਼ਕਤੀ ਉਹਦੇ ਅੰਦਰ ਹੁੰਦੀ ਹੈ। ਹਾਲੇ ਤੱਕ ਦੂਸਰੇ ਦੇ ਗਿਆਨ ਨੂੰ ਲੈਣ ਦੀ ਸ਼ਕਤੀ ਦੇ ਵਿੱਚ ਨਹੀਂ ਹੁੰਦਾ, ਇਸ ਸਟੇਜ ਦੇ ਵਿੱਚ ਨਹੀਂ ਹੁੰਦਾ ਕਿ ਦੂਸਰੇ ਤੋਂ ਗਿਆਨ ਲੈ ਕੇ ਉਸ ਨੂੰ ਸਮਝ ਸਕੇ, ਠੀਕ ਹੈ ਜੀ। ਤਾਂ ਆਪਸ਼ਨ ਇਸ ਦਾ ਕਰੈਕਟ ਆਨਸਰ ਹੋਵੇਗਾ ਜੀ। ਤਾਂ ਇਹ ਸੀ ਜੀ ਕੁਐਸਚਨ ਅਤੇ ਥਿਊਰੀ ਜੀਨ ਪਿਆਜ਼ੇ ਦੀ, ਜਿਸ ਦੇ ਬਾਰੇ ਅੱਜ ਆਪਾਂ ਡਿਸਕਸ ਕੀਤਾ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਜਿਹੜਾ ਬੈਲ ਆਈਕਨ ਦਾ ਬਟਨ ਤੁਹਾਨੂੰ ਦਿਖ ਰਿਹਾ ਉਸ ਨੂੰ ਪ੍ਰੈਸ ਕਰੋ ਜੀ, ਤਾਂ ਕਿ ਆਉਣ ਵਾਲੀ ਫਿਊਚਰ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ। ਥੈਂਕ ਯੂ।